ਸਾਇੰਸ ਸਟੂਡੀਓ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੇ CBSE ਨਾਲ ਰਿਲੇਟਡ ਸਾਇੰਸ ਦੇ ਕੁਝ ਟੌਪਿਕਸ ਦੀ ਸਟੱਡੀ ਕਰ ਰਹੇ ਹਾਂ। ਅੱਜ ਜੋ ਆਪਣਾ ਟੌਪਿਕ ਹੈ ਉਹ ਹੈ NCERT ਦੀ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਦੇ ਵਿੱਚ ਲੈਸਨ 8 ਮੋਸ਼ਨ। ਇਹ 9th ਕਲਾਸ ਦਾ ਲੈਸਨ ਹੈ। ਇਸ ਤੋਂ ਪਹਿਲਾਂ ਇਹਦੇ ਮੈਂ 2 ਲੈਕਚਰ ਕਰ ਚੁੱਕਾ। ਦਿਸ ਇਜ਼ ਮਾਈ 3rd ਲੈਕਚਰ ਫॉर ਲੈਸਨ ਮੋਸ਼ਨ। ਪਹਿਲੇ 2 ਲੈਸਨਸ ਦੇ ਵਿੱਚ ਪਹਿਲੇ 2 ਲੈਕਚਰਸ ਦੇ ਵਿੱਚ ਆਪਾਂ ਮੋਸ਼ਨ ਦੀ ਗੱਲ ਕੀਤੀ ਸੀ। ਕੁਝ ਫਿਜ਼ੀਕਲ ਕੁਆਂਟੀਟੀਜ਼ ਜਿਵੇਂ ਡਿਸਟੈਂਸ, ਡਿਸਪਲੇਸਮੈਂਟ, ਸਪੀਡ, ਵੈਲੋਸਿਟੀ, ਐਕਸਲਰੇਸ਼ਨ ਤੇ ਇਨ ਦਾ ਐਂਡ ਆਪਾਂ ਜਦੋਂ ਐਕਸਲਰੇਸ਼ਨ ਡਿਕਰੀਜ਼ਿੰਗ ਆਰਡਰ 'ਚ ਹੁੰਦੀ ਹੈ, ਜਦੋਂ ਉਹਨੂੰ ਆਪਾਂ ਨੈਗੇਟਿਵ ਐਕਸਲਰੇਸ਼ਨ ਜਾਂ ਡੈਕਲੇਰੇਸ਼ਨ ਕਿਹਾ ਸੀ ਜਾਂ ਰਿਟਾਰਡੇਸ਼ਨ ਕਿਹਾ ਸੀ। ਸੋ ਮਤਲਬ ਉਹ ਸਾਰੇ ਟੌਪਿਕਸ ਆਪਾਂ ਪਹਿਲਾਂ ਸਟੱਡੀ ਕਰ ਚੁੱਕੇ। ਜੋ NCERT ਦੀ ਬੁੱਕ ਦੇ ਵਿੱਚ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਦੇ ਵਿੱਚ ਜੋ ਨੈਕਸਟ ਟੌਪਿਕ ਹੈ ਬੁੱਕ ਦੇ ਅਕੋਰਡਿੰਗਲੀ, that is graphical representation of motion। ਆਪਾਂ ਹੁਣ graphical representation ਕਰਨੀ ਹੈ motion ਦੀ। ਗ੍ਰਾਫਸ ਕੀ ਹੁੰਦੇ ਆ ਆਪਾਂ ਮੈਥਸ ਦੇ ਵਿੱਚ ਵੀ ਕਰਦੇ ਆ, ਮਤਲਬ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ ਆ। ਬਹੁਤ ਕਨਵੀਨੀਅੰਟ ਮੈਥਡ ਹੈ ਅਗਰ ਆਪਾਂ ਕਿਸੇ ਇਨਫੋਰਮੇਸ਼ਨ ਨੂੰ ਲੈਣਾ ਹੋਵੇ ਜਾਂ ਪ੍ਰੋਵਾਈਡ ਕਰਨਾ ਹੋਵੇ। ਫॉर ਐਗਜ਼ਾਮਪਲ ਕ੍ਰਿਕਟ ਦਾ ਮੈਚ ਹੈ, ਉਹਦੇ ਵਿੱਚ ਵੀ ਦੇਖੋ ਬਹੁਤ ਕੁਝ ਉਹ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਨਾਲ ਸ਼ੋ ਕਰਦੇ ਆ। ਜਿਵੇਂ ਐਵਰੇਜ ਸ਼ੋ ਕਰਨੀ ਆ, ਰਨ ਰੇਟ ਸ਼ੋ ਕਰਨੀ ਆ, ਠੀਕ ਹੈ। ਉਹ ਗ੍ਰਾਫਸ ਦੇ ਨਾਲ ਬੜਾ ਕਲੈਰੀਫਾਈ ਹੋ ਜਾਂਦਾ ਸਾਨੂੰ ਜੋ ਕਨਸੈਪਟ ਹੈ। ਮੈਥਸ ਦੇ ਵਿੱਚ ਆਪਾਂ ਬਹੁਤ ਸਾਰੇ ਗ੍ਰਾਫਸ ਯੂਜ਼ ਕਰਦੇ, ਕੋਈ ਵੀ ਵੈਲਿਊ ਨੂੰ ਕੈਲਕੂਲੇਟ ਕਰਨ ਦੇ ਲਈ, ਹੈ ਨਾ, ਤਾਂ ਆਪਾਂ ਉਹਦੇ ਲਈ ਵੀ ਆਪਾਂ ਗ੍ਰਾਫ ਯੂਜ਼ ਕਰਦੇ। ਸੋ ਇਹਦੇ ਵਿੱਚ ਵੀ ਇਨ ਦਿਸ ਚੈਪਟਰ ਆਪਾਂ ਜੋ ਜੋ ਕੁਆਂਟੀਟੀਜ਼ ਪਹਿਲਾਂ ਪੜ੍ਹੀਆਂ, ਡਿਸਟੈਂਸ ਪੜ੍ਹਿਆ, ਡਿਸਪਲੇਸਮੈਂਟ ਪੜ੍ਹੀ ਆ, ਵੈਲੋਸਿਟੀ ਜਾਂ ਸਪੀਡ ਹੈ, ਉਹਨਾਂ ਸਾਰਿਆਂ ਬਾਰੇ ਵੀ ਆਪਾਂ ਉਹਨਾਂ ਨੂੰ ਗ੍ਰਾਫ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ। ਤੁਹਾਡੇ ਬੁੱਕ ਦੇ ਅਕੋਰਡਿੰਗਲੀ ਜੋ ਟੌਪਿਕਸ ਹੈ, ਪਹਿਲਾ ਹੈ ਡਿਸਟੈਂਸ ਔਰ ਟਾਈਮ। ਡਿਸਟੈਂਸ ਤੇ ਟਾਈਮ ਦੇ ਅਕੋਰਡਿੰਗਲੀ ਆਪਾਂ ਇੱਕ ਗ੍ਰਾਫ ਬਣਾਉਂਦੇ ਆ। ਜੇ ਆਪਾਂ ਗ੍ਰਾਫ ਦੀ ਇਨਫੋਰਮੇਸ਼ਨ ਥੋੜੀ ਸਾਨੂੰ ਹੋਏਗੀ ਵੀ ਪਹਿਲਾਂ ਵੀ ਸਾਰੇ ਬੱਚਿਆਂ ਨੂੰ, ਇਹ ਜਿਹੜਾ ਹੈ ਉਹਨੂੰ ਆਪਾਂ ਕਹਿੰਦੇ ਆ y ਐਕਸਿਸ, ਇਹਨੂੰ ਆਪਾਂ ਕਹਿੰਦੇ ਆ x ਐਕਸਿਸ। ਆਪਾਂ ਡਿਟੇਲ 'ਚ ਨਹੀਂ ਜਾਣਾ, ਵੈਸੇ ਨੈਗੇਟਿਵ ਵੈਲਿਊਜ਼ ਵੀ ਹੁੰਦੀਆਂ, ਠੀਕ ਹੈ, ਪਰ ਡਿਟੇਲ 'ਚ ਨਹੀਂ ਜਾਣਾ। ਜੋ ਸਾਡੇ ਇਹਦੇ ਨਾਲ ਲਿੰਕਡ ਹੈ, ਮੈਂ ਉਹੀ ਗ੍ਰਾਫ ਦੀ ਗੱਲ ਕਰਾਂਗਾ। y ਐਕਸਿਸ ਤੇ x ਐਕਸਿਸ, ਦੋ ਆਪਾਂ ਐਕਸਿਸ ਲੈਣੀਆਂ। ਟਾਈਮ ਜੋ ਹੈਗਾ, ਜਿੰਨੀਆਂ ਵੀ ਆਪਾਂ ਕੁਆਂਟੀਟੀਆਂ 'ਚ ਕਰਨੀਆਂ, ਸਾਰਿਆਂ ਦੇ ਵਿੱਚ ਟਾਈਮ ਨੂੰ ਆਪਾਂ ਅਲੋਂਗ x ਐਕਸਿਸ ਲੈਣਾ, ਠੀਕ। ਤੇ ਜੋ ਵੀ ਦੂਸਰੀ ਕੁਆਂਟੀਟੀ ਲਿਆਵਾਂਗੇ, ਇਹਦੇ ਵਿੱਚ ਆਪਾਂ ਡਿਸਟੈਂਸ ਲੈ ਰਹੇ ਹਾਂ, ਉਹਨੂੰ ਅਸੀਂ y ਐਕਸਿਸ ਦੇ ਅਲੋਂਗ ਲੈਣਾ, ਠੀਕ। ਔਰ ਡਿਸਟੈਂਸ ਟਾਈਮ ਗ੍ਰਾਫ ਜਿਹੜਾ ਆ ਉਹ 2 ਤਰ੍ਹਾਂ ਦਾ ਹੈ। ਇੱਕ ਉਹ ਆ ਜਿਹਦੇ ਵਿੱਚ ਯੂਨੀਫਾਰਮ ਮੋਸ਼ਨ ਸ਼ੋ ਹੋ ਰਹੀ ਹੈ, ਇੱਕ ਉਹ ਆ ਜਿਹਦੇ ਵਿੱਚ ਨਾਨ ਯੂਨੀਫਾਰਮ ਮੋਸ਼ਨ ਸ਼ੋ ਹੋ ਰਹੀ ਹੈ। ਮੀਨ ਆਪਾਂ ਕੀ ਕਰ ਰਹੇ ਆ, ਦੂਰੀ ਸਮਾਂ ਗ੍ਰਾਫ। 2 ਤਰ੍ਹਾਂ ਦਾ ਗ੍ਰਾਫ ਆਪਾਂ ਕਰਨਾ, ਇੱਕ ਸਮਾਨ ਗਤੀ ਵਾਲਾ ਤੇ ਅਸਮਾਨ ਗਤੀ ਵਾਲਾ, ਠੀਕ। ਪਹਿਲੀ ਗੱਲ ਕਰਦੇ ਹਾਂ ਆਪਾਂ ਯੂਨੀਫਾਰਮ ਮੋਸ਼ਨ ਦੀ, ਮਤਲਬ ਇੱਕ ਸਮਾਨ ਗਤੀ। ਇੱਕ ਸਮਾਨ ਗਤੀ ਆਪਾਂ ਕਦੋਂ ਕਹਿੰਦੇ ਹਾਂ? ਆਪਾਂ ਪੜ੍ਹਿਆ ਸੀ ਪਹਿਲਾਂ ਵੀ ਕਿ ਜਦੋਂ ਕੋਈ ਵਸਤੂ ਇੱਕੋ ਜਿਹੇ ਟਾਈਮ ਇੰਟਰਵਲ ਦੇ ਵਿੱਚ ਇੱਕੋ ਜਿਹੀ ਦੂਰੀ ਤੈਅ ਕਰੇ,
ठीक, टाइम इंटरवल भी सेम होवे, उस टाइम इंटरवल ਦੇ ਵਿੱਚ ਤੈਅ ਕੀਤੀ ਦੂਰੀ ਵੀ ਸੇਮ ਹੋਵੇ। ਫॉर एग्जांपल ਇੱਥੋਂ ਆਪਾਂ 0 ਤੋਂ ਸਟਾਰਟ ਕਰਦੇ ਹਾਂ ਗ੍ਰਾਫ ਦੇ ਵਿੱਚ ਹਮੇਸ਼ਾ। टाइम मैं मान लिया, ये टाइम दे मैं कुछ पॉइंट्स लगा लें, सेम मैं कुछ टाइम दे पॉइंट्स इधर लगा लें, ठीक है। टाइम की आप कोई भी यूनिट यूज़ कर सकते हैं, डिस्टेंस ट्रैवल की भी आप जी कोई भी यूनिट यूज़ कर सकते हैं। मान लो मैं टाइम ले यूनिट इतने यूज़ की थी मिनट, ठीक है। आप मिनट्स के विच टाइम देख रहे हैं और डिस्टेंस जोड़ा आ मान लो मैं वो यूज़ कर रहे हैं किलोमीटर, ठीक। डिस्टेंस लिए आप किलोमीटर यूज़ कर रहे हैं। टाइम इंटरवल के मैं ले लिया कि मान लो आफ्टर 10 मिनट्स, आफ्टर 20 मिनट्स, आफ्टर 30 मिनट्स, आफ्टर 40 मिनट्स, ठीक। किलोमीटर जी ले लें 10 किलोमीटर, 20 किलोमीटर, 30 किलोमीटर, 40 किलोमीटर, ठीक। जो आप ग्राफ बनाना, मैं सिंपल रिप्रेजेंटेशन दे रहा थानू, तुसीं ग्राफ पेपर के उपर करना होंदा इहनूं। किद्दां ग्राफ बनाने कि मान लो आप कहने कि आफ्टर 10 मिनट्स ऑब्जेक्ट ने डिस्टेंस कवर किया 10 किलोमीटर, तो आप की कहांगे, इनू आप स्ट्रेट पैरल लाइन ले लैंदे आ, इनू आप स्ट्रेट लाइन लैंदे जिथे मीट कर दियां पॉइंट्स, इनू आप एक्सटेंड करांगे हौली हौली, तुहाडे ग्राफ दे विच बनया हुंदा उन्हां दा पहलां ही, जिथे मीट कर दियां दिस इज पॉइंट। इहदा मतलब ये होया कि कोई ऑब्जेक्ट है मूव कर रही है, वो 10 मिनट तो बाद उन्हें 10 किलोमीटर डिस्टेंस कवर किया। दैन फिर मैं कहता 20 मिनट तो बाद उन्हें 20 किलोमीटर डिस्टेंस कवर किया। 30 मिनट तो बाद उन्हें 30 किलोमीटर डिस्टेंस कवर किया। 40 मिनट्स तो बाद उन्हें 40 किलोमीटर कवर किया, ठीक। सो जिदा मैं यह पॉइंट लगाया इनका सेम मैंने 20 ते पॉइंट लग जाएगा, 30 आ तो 30 ते पॉइंट लग जाएगा, 40 आ तो 40 ते पॉइंट लग जाएगा, ठीक। फिर इन चार पॉइंट्स को आप मीट करना। जो आप चार पॉइंट्स नू मीट किया तो आप देखांगे कि कितना का ग्राफ बनया। इन यूनिफॉर्म मोशन स्ट्रेट लाइन ग्राफ बन गया, बिल्कुल स्ट्रेट लाइन, ठीक। हुण आप कह रही किसी भी टाइम ते आप ऑब्जेक्ट की स्पीड पता करनी है, डिस्टेंस डिवाइडेड बाय टाइम इज इक्वल टू स्पीड, ठीक। मैं कहता कि इस पॉइंट से आप देखना जी कितनी स्पीड है ऑब्जेक्ट की, तो आप की करांगे इस पॉइंट तो इन्हू मैं मान लो ये पॉइंट मान लिया, इस पॉइंट तो मैं एक परपेंडिकुलर एक्स एक्सिस से लगावांगा, एक परपेंडिकुलर वाई एक्सिस से लगावांगा। क्यों? क्योंकि वी वांट टू कैलकुलेट द स्पीड हियर, हम स्पीड कैलकुलेट कर रही थी। और स्पीड की आ ये मैं ये पॉइंट ओ लिया सी, ए ले लिया, इनू मैं बी मान लेना, जिहड़ा पॉइंट बने इनू आपां सी मान लिया। स्पीड का फॉर्मूला की है, यू नो दैट डिस्टेंस डिवाइडेड बाय टाइम। और डिस्टेंस कितना है इत्थे, पहला जो आप गल की तो कहने जी उन्हें 30 किलोमीटर डिस्टेंस कवर किया 30 मिनट दे विच कीता, मान लो इत्थे ही आ रहा, देखो इत्थों मैं आया था, व्हाट इज द डिस्टेंस कवर्ड, डिस्टेंस वाला स्केल आया ऊपर है ना, अलोंग वाई एक्सिस 10 20 30 दे पॉइंट आ रहा, दैट मीन डिस्टेंस ट्रैवल्ड इज 30 किलोमीटर, टाइम टेकन फॉर दैट 30 मिनट, ओके। सो 30 ना 30 आप कैंसिल कर दिए, दैट मीन 1 किलोमीटर पर मिनट। सानू ग्राफ तो ये पता लग गया, सिर्फ ये परपेंडिकुलर आप ड्रॉ कीते हैं अपॉन एक्स एक्सिस एंड अपॉन वाई एक्सिस, दोनों वैल्यू साडे कोल आ गई हैं, डिस्टेंस दी भी ते टाइम दी भी। अगर आप उन्होंने दोनों ने डिवाइड कर दिता तो कितना डिस्टेंस स्पीड की हो गई 1 किलोमीटर पर मिनट। उस ऑब्जेक्ट ने 1 किलोमीटर का डिस्टेंस 1 मिनट दे विच तय किया। क्लियर? सो दिस इज सिंपल मेथड टू कैलकुलेट द स्पीड। इत्थे आप एक और पॉइंट देखिए, हुण मान लो दिस पॉइंट इज ए, मैंने बी कहता सी नू सी कहता, आ पॉइंट है एक, सपोज दिस पॉइंट इज डी। हुण आप कह रहे हैं कि ऑब्जेक्ट ने ए तो डी तक, ऑब्जेक्ट ने मूव किया
और ਜਦੋਂ ऑब्जेक्ट ए तो डी ते मूव कीती, ए पॉइंट तो डी पॉइंट तक ऑब्जेक्ट ने मूव किया, नाउ व्हाट इज द स्पीड इन दिस एरिया, इन बिटवीन कोई टाइम इंटरवल है वो भी आप कैलकुलेट कर सकते हैं। हाउ, एक परपेंडिकुलर मैं लिया सी ऑन टाइम स्केल, मान लो दिस इज t1, अभी लिया सी दिस इज s1, एस डिस्टेंस ਨੂੰ ਆਪਾਂ s ਨਾਲ ਡਿਨੋਟ ਕਰਦੇ ਹਾਂ, ਟਾਈਮ ਨੂੰ ਆਪਾਂ t ਨਾਲ ਡਿਨੋਟ ਕਰਦੇ ਹਾਂ, xy ਮੈਂ s ਤੇ t ਫਿਰ ਲੈ ਲੈ। ਇੱਥੇ ਤੱਕ ਆਪਾਂ ਪਤਾ ਕਰਨਾ, ਇੱਥੇ ਮੈਂ ਲਾਈਨ ਇੱਕ ਹੋਰ ਐਕਸਟੈਂਡ ਕਰਤੀ, ਹੋਰ ਪਰਪੈਂਡੀਕੂਲਰ, ਉਹ 40 ਤੇ ਆ ਗਿਆ, ਦਿਸ ਇਜ਼ t2, ਸੇਮ ਇੱਕ ਪਰਪੈਂਡੀਕੂਲਰ ਮੈਂ ਇੱਧਰ ਲੈ ਲਿਆ, ਦਿਸ ਇਜ਼ s2, ਠੀਕ। ਹੁਣ ਪੁਆਇੰਟ ਮੈਂ ਹੋਰ ਲੈ ਲਿਆ, a b c d ਲੈ ਆਓ, ਆਪਾਂ ਮੈਂ e ਮੰਨ ਲਿਆ, ਕੋਈ ਵੀ ਪੁਆਇੰਟ ਲੈ ਲਓ ਤੁਸੀਂ, ਦਿਸ ਇਜ਼ ਨੋ ਇਸ਼ੂ, ਇਹਨੂੰ ਆਪਾਂ f ਮੰਨ ਲਿਆ। क्लियर, ਹੁਣ ਦੇਖੀਏ ਆਪਾਂ ਹੁਣ ਇਸ ਟਾਈਮ ਇੰਟਰਵਲ ਦੇ ਵਿੱਚ ਸਿਰਫ ਦੇਖਣਾ ਕਿ ਡਿਸਟੈਂਸ ਕਿੰਨਾ ਟਰੈਵਲ ਕੀਤਾ, ਸਾਰਾ ਨਹੀਂ, ਸਾਰਾ ਆਪਾਂ ਕੈਲਕੂਲੇਟ ਕਰਕੇ ਦੇਖ ਲਿਆ। ਕਲੀਅਰ, ਕਿ ਇਸ ਟਾਈਮ ਇੰਟਰਵਲ ਦੇ ਵਿੱਚ what is the speed of the object, ਕਿੱਦਾਂ ਕਰਾਂਗੇ। ਫਾਈਨਲ ਟਾਈਮ t2 ਆ, ਇਨੀਸ਼ੀਅਲ ਟਾਈਮ t1 ਹੈ, that means final time is 40 minutes, initial time is 30 minutes, okay। In this case final distance covered is 40, initial distance covered is 30, ठीक। so speed is given by distance जो traveled है ਉਹਦਾ difference, क्योंकि ਆਪਾਂ in between ਲੈ ਰਹੇ हैं ना, s2 minus s1 divided by t2 minus t1, that mean ਉਹ ਸਾਨੂੰ ਇੰਨੇ ਟਾਈਮ ਇੰਟਰਵਲ ਦੇ ਵਿੱਚ ਟੋਟਲ ਡਿਸਟੈਂਸ ਕਵਰਡ ਦੱਸ ਦੇਗਾ। actually this AG that represent the time taken ਆਪਾਂ ਇਹ ਕਹਿ ਰਹੇ ਨਾ t2 t1, ठीक है, t2 minus t1 this is equal to AG। in the same manner DG it represents the distance covered, okay, this will be the formula। ਕਿ ਤੋਂ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਕਿ what is the speed of the object in between point A and D, clear। next is velocity time graph or speed time graph। ਆਪਾਂ ਪੜਿਆ ਹੋਇਆ what is the difference between speed and velocity। speed ਉਹ ਆ ਜਿਹਦੇ ਵਿੱਚ ਆਪਾਂ ਡਾਇਰੈਕਸ਼ਨ ਹੀ ਲਈ ਹੋਈ, that means speed is a scalar quantity, ਇਹ 'ਚ ਆਪਾਂ ਡਾਇਰੈਕਸ਼ਨ ਕੰਸੀਡਰ ਕਰਦੇ ਹਾਂ, velocity is a vector quantity ਨਾ, ਆਪਾਂ ਇਹ ਗੱਲ ਕਰ ਚੁੱਕੇ ਹਾਂ। ਅਗਰ ਇਹਦਾ ਵੀ ਗ੍ਰਾਫ ਬਣਾਉਣਾ ਹੋਵੇ ਸੇਮ ਜੋ ਆਪਾਂ ਡਿਸਟੈਂਸ ਟਾਈਮ ਦਾ ਬਣਾਇਆ, ਇਹਦੇ ਵਿੱਚ ਵੀ ਆਪਾਂ ਟਾਈਮ ਨੂੰ along x axis ਲੈਣਾ ਤੇ velocity ਨੂੰ ਜਾਂ speed ਨੂੰ ਆਪਾਂ y axis ਦੇ along ਲੈਣਾ, ਕਲੀਅਰ। ਇਹਦੇ ਵਿੱਚ ਕੀ ਹੁੰਦਾ, ਪਹਿਲਾਂ ਆਪਾਂ ਇਹ ਗੱਲ ਕਰ ਲਈਏ, if the object is moving with uniform speed, ठीक, यूनिफॉर्म स्पीड और वेलोसिटी। सो स्पीड ते वेलोसिटी कॉमनली आप स्पीड वर्ड यूज करते हैं, ओके। सो मैं स्पीड ही वर्ड यूज करूंगा, दैट मीन बोथ। अगर आप डिस्प्लेसमेंट लै रहे हैं वो मतलब आप डायरेक्शन भी लै रहे हैं, दैन दैट इज वेलोसिटी, अगर नहीं लै रहे दैट इज स्पीड, ओके। मैं दोनों ही कंसीडर करूंगा। सेम आप उदा ही ग्राफ बना लें, 0 टाइम 1 2 3 4 5, ठीक है। इन्होंने मैं घंटे च लै लिया इसको, चलो इन आवर्स। वेलोसिटी भी मैं ले ली किलोमीटर पर आवर, ओके। वेलोसिटी इज आल्सो इन किलोमीटर पर आवर। सेम आप स्केल इत्थे बना लिया, इनू ले लिया 10 20 30 40 50, ओके। मान लो एक ऑब्जेक्ट है 40 किलोमीटर पर आवर की स्पीड में जा रही है, एक घंटे बाद भी 40 किलोमीटर पर आवर की स्पीड से है, 2 घंटे बाद भी,
3 घंटे बाद भी, 4 घंटे बाद भी, एंड मूविंग यूनिफॉर्मली। दिस इज यूनिफॉर्म मोशन, यूनिफॉर्म स्पीड कि ऑब्जेक्ट ਜਿਹੜੀ ਆ ਉਹ ਇੱਕ ਸਮਾਨ ਚਾਲ ਦੀ ਗਤੀ ਨਾਲ ਜਾ ਰਹੀ ਹੈ, मूव कर रही है। ना ਉਹਦਾ ਗ੍ਰਾਫ ਕੀ ਹੋਏਗਾ, एक्स एक्सिस ਦੇ ਬਿਲਕੁਲ पैरेलल, क्योंकि स्पीड चेंज ही नहीं हो रही, वेलोसिटी चेंज ही नहीं हो रही, दैट्स वाई इस टाइप का ग्राफ बन जाएगा। ठीक, हुण आपां एनी पॉइंट ते, हुण मैं फिर इत्थे आपां कुछ पॉइंट्स ले लेने, मान लो मैं कहता एक आ पॉइंट ले लिया, एक मैं आ पॉइंट ले लिया, ठीक है। मान लो आपां ए ते बी पॉइंट ते की कैलकुलेट करना, डिस्टेंस कवर्ड। यू नो दैट velocity ਆਪਾਂ find out ਕੀਤੀ ਸੀ, that was equal to distance over time, displacement over time। जब ਆਪਾਂ velocity ਦੀ ਗੱਲ ਕਰਾਂਗੇ ਤੇ displacement ਲਾਂਗੇ, speed ਦੀ ਗੱਲ ਕਰਾਂਗੇ distance ਲਿਖਾਂਗੇ। ਤੁਹਾਨੂੰ ਮੈਂ ਕਿ ਆਪਾਂ ਨੂੰ ਸੇਮ ਕੰਸੀਡਰ ਕਰਦੇ ਇੱਥੇ, ਹੁਣ ਅੰਡਰਸਟੈਂਡਿੰਗ ਕਰਨਾ ਜਸਟ distance over time। velocity ਤਾਂ ਸਾਨੂੰ ਗਿਵਨ ਹੈ, time ਵੀ ਸਾਨੂੰ ਗਿਵਨ ਹੈ, then what is need to calculate distance। ਹੁਣ ਦੂਰੀ ਮਾਪਣੀ ਹੈ, distance is equal to velocity multiplied by time। okay, ਹੁਣ मैं कित्थे मापना distance ਆਪਾਂ, from point A to point B। A ਤੇ ਆਪਾਂ ਫਿਰ perpendicular draw ਕਰ ਦਾਂਗੇ on x axis। ठीक, ਇਹਨੂੰ ਹੁਣ C point ਮੰਨ ਲਿਆ, ਇਹਨੂੰ ਮੈਂ D point ਮੰਨ ਲਿਆ, मतलब एक शेडेड एरिया आ गया। ठीक, ये जड़ा आ दिस इज ए शेडेड एरिया, एक शेडेड एरिया बन गया। हुण वेलोसिटी किहदे बराबर है, इहदे विच वेलोसिटी इज AC, वेलोसिटी इज AC, टाइम इज CD, जे आपां AB कह लईए, वेलोसिटी ਨੂੰ ਆਪਾਂ AC भी कह सकते हैं ਤੇ BD भी कह सकते हैं, टाइम ਨੂੰ ਅਸੀਂ AB भी कह सकते हैं ਤੇ CD भी कह सकते हैं। क्यों, क्योंकि दैट इज ऑन द टाइम स्केल और एक दूसरे ਦੇ बिल्कुल पैरेलल है। ठीक है, AC ਦੀ वैल्यू कितनी है, वेलोसिटी ਦੀ वैल्यू कितनी है, दैट इज 40 किलोमीटर पर आवर। ओके, सो वेलोसिटी इज 40 किलोमीटर पर आवर। व्हाट्स द टाइम टेकन, जिदा ਆਪਾਂ ਪਹਿਲਾਂ ਕੀਤਾ ਸੀ, अगर आप इनिशियल ਨੂੰ T1 मान लीजिए, फाइनल ਨੂੰ T2 मान लीजिए, टाइम टेकन दैट इज CD, दैट इज इक्वल टू T2 माइनस T1। ओके, ਹੁਣ ਜਦੋਂ ਆਪਾਂ 40 किलोमीटर पर आवर इनटू टाइम टेकन मल्टीप्लाई करांगे, दैट विल बी द वैल्यू ऑफ डिस्टेंस। ओके, अब रफली कैलकुलेट कर लीजिए, तो आप कैलकुलेट कर सकते हैं। देखो, व्हाट इज T2, दैट इज एट 4 hours। ओके, आप आवर्स ले हो जाए। व्हाट इज T1, दैट इज 1 hour। ओके, दैट मीन ਇਹਦੇ ਅਕੋਰਡਿੰਗਲੀ ਆਪਾਂ ਕਵਾਂਗੇ 40 किलोमीटर पर आवर इनटू T2 इज 4 minus 1 hour। ओके, दैट इज इक्वल टू 40 किलोमीटर पर आवर इनटू 3 hour। ओके, आवर देना आवर कैंसिल हो जाएंगे, आप इतना लिख लीजिए, पर आवर 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 कैंसिल हो गए, देन व्हाट विल बी द डिस्टेंस, 120 किलोमीटर्स, दैट द डिस्टेंस। दैट मींस ऑब्जेक्ट ने, अगर वो मूविंग कार है तो उन्हें विद इन दिस टाइम इंटरवल, जो असी एरिया ये शेडेड एरिया होया, एक रेक्टेंगल बनया, ओके, ਇਹਦੇ ਏਰੀਏ ਦੇ ਬਰਾਬਰ ਜਿਹੜਾ ਆ ਆਪਾਂ ਕਹਿ ਸਕਦੇ ਹਾਂ ਕਿ दैट इज द डिस्टेंस ट्रैवल। ओके, न्यूमेरिकली भी ਆਪਾਂ कैलकुलेट कर ਲਈਏ, ਜਾਂ ਆਪਾਂ ਸਿੰਪਲ ਕਹਿ ਰਹੀਏ ਕਿ ਜੇ ਆਪਾਂ डिस्टेंस कवर करना when the object is moving with the uniform speed, that will be equal to the area of rectangle। what is that, ABCD। okay, so ਇਹਨੂੰ ਆਪਾਂ ਕਹਿ ਸਕਦੇ ਹਾਂ area of rectangle ABC when the object is moving with uniform speed। okay, that means ਕਿ ਹਰੇਕ ਟਾਈਮ ਇੰਟਰਵਲ ਦੇ ਵਿੱਚ ਇੱਕੋ ਹੀ ਜਿਹੜਾ ਸਪੀਡ ਦੇ ਨਾਲ ਜਿਹੜੀ ਆਬਜੈਕਟ ਹੈ that is moving। okay,
next is velocity time graph when object is moving with uniform acceleration. पहला ਆਪਾਂ कहते uniform motion, at every time interval uniformly object move कर रही है, speed is uniform. ਇੱਥੇ ਆਪਾਂ ਕਹਿ ਰਹੇ ਹਾਂ uniform acceleration ਕਿ object, ਫਿਰ ਮੈਂ ਇੱਥੇ ਕਹਿ ਰਹੇ ਹਾਂ velocity ਨੂੰ ਅਸੀਂ कहता time ਨੂੰ ਆਪਾਂ ਤੇ seconds ਲੈ ਲੈਂਦੇ ਆ, ਇੱਥੇ ਕਿਲੋਮੀਟਰ ਪਰ ਆਵਰ ਚ ਲੈ ਲਿਆ, ਠੀਕ ਹੈ। 0 ਇਹ time interval ਹੈ, ਇਹ velocity interval ਹੈ, ਠੀਕ। ਜਦੋਂ ਆਬਜੈਕਟ ਯੂਨੀਫਾਰਮ ਐਕਸਲਰੇਸ਼ਨ ਦੇ ਨਾਲ ਮੂਵ ਕਰ ਰਹੀ ਹੈ, ਠੀਕ ਹੈ, ओके मैं टाइम 1 2 3 4 5 सेकंड 10 20 30 40 50 किलोमीटर पर आवर्स। 1 ਤੇ 10 है मान लो, 2 ਤੇ 20 है, 3 ਤੇ 30 है, 4 ਤੇ 40 है, 5 ਤੇ 50 है। सेम स्ट्रेट लाइन ग्राफ बन गया जो मैं पहला भी किया, डिस्टेंस टाइम ग्राफ। हियर नाउ इट इज वेलोसिटी टाइम ग्राफ, ठीक। हुण एक ही आ कि 0 ਤੇ स्पीड 0 सी, आफ्टर 1 सेकंड स्पीड 10 किलोमीटर पर आवर हो गई, आफ्टर 2 सेकंड 20 किलोमीटर पर आवर हो गई, आफ्टर 3 सेकंड 30 हो गई, 4 सेकंड 40 हो गई, 5 सेकंड 50 हो गई। यूनिफॉर्मली ऑब्जेक्ट एक्सेलरेट कर रही है, ਉਹਦੇ ਵਿੱਚ ਪ੍ਰਵੇਗ ਆ ਰਿਹਾ, ਦੈਨ ਸਟ੍ਰੇਟ ਲਾਈਨ ਗ੍ਰਾਫ ਬਣ ਗਿਆ। ਓਕੇ, ਹੁਣ ਜਦੋਂ ਇਹ ਸਟ੍ਰੇਟ ਲਾਈਨ ਗ੍ਰਾਫ ਫਾਰਮੇਸ਼ਨ ਹੋਈ, ਆਪਾਂ ਪਹਿਲਾਂ करके हटे कि मान लो कोई ऑब्जेक्ट यूनिफॉर्मली मूव कर रही है ना, यूनिफॉर्म स्पीड ਦੇ ਨਾਲ मूव कर रही है, ਤਾਂ ਆਪਾਂ ਕੀ ਕਿਹਾ ਸੀ ਕਿ ਅਗਰ ਆਪਾਂ ਇਹਨੂੰ ਇੱਥੇ ਇਹਦੇ ਅਕੋਰਡਿੰਗਲੀ ਆਪਾਂ ਗ੍ਰਾਫ ਲੈ ਲੈਂਦੇ ਆ, ਹੈ ਨਾ। ਮੈਨੂੰ ਇੱਥੇ ਕਹਿ ਦਿੱਤਾ ਕਿ ਸਟ੍ਰੇਟ ਹੈ, ਕਿ ਮੰਨ ਲਓ ਇੱਕ ਪੁਆਇੰਟ ਤੇ ਇੱਥੇ ਆ ਆਬਜੈਕਟ, ਓਕੇ, ਇੱਥੇ ਪਰਪੈਂਡੀਕੂਲਰ ਲੈ ਲਿਆ, ਫਿਰ ਅੱਗੇ ਵੀ ਯੂਨੀਫਾਰਮਲੀ ਜਾ ਰਹੀ ਹੈ। ਆਪਾਂ ਕੀ ਕਿਹਾ ਸੀ कि area of that rectangle will be the distance traveled by the object. Okay, when the object is moving with uniform speed, जो इस तो पहला ਆਪਾਂ ग्राफ ਕੀਤਾ, ਉਦੋਂ ਆਪਾਂ ਇਹ ਕਹਿਤਾ ਸੀ area of rectangle, okay, area of rectangle ਆਪਾਂ ਕੀ ਲਿਆ ਸੀ ਉੱਥੇ, A B C ਤੇ D, ठीक। बट हुण इत्थे की है, हुण ऑब्जेक्ट यूनीफॉर्मली एक्सेलरेट कर रही है। हुण मैं इत्थे की कह रहे हैं कि आपां जी हुण इत्थे पता करना सी डिस्टेंस ट्रैवल्ड एट दिस पॉइंट, ठीक है। उन्होंने आपां मान लिया पॉइंट ई। हुण इत्थे देखो दो एरियाज हो गए, वन वाज द एरिया ऑफ रेक्टेंगल, आपां पहला कर लिया, दिस इज नाउ ए ट्रायंगल, ओके। ये हम ट्रायंगल हो गए, शेडेड एरिया, ए जड़ी सी दैट वाज रेक्टेंगल। सो अगेन वही अपन करना की है, दैट इज डिस्टेंस ट्रैवल्ड, दैट विल बी गिवन बाय एरिया ऑफ रेक्टेंगल, which rectangle A B C D, plus area of triangle, that is A E C या A C E, however we can write that, ठीक है। Okay, now what is the area of rectangle here? Mathematically rectangle the area find out करना, what is the formula, height into length into breadth, okay। So area of rectangle is length into breadth, that is AB multiply BD, okay। What is the area of triangle? Half into base into height, AC into EC, ठीक है, base into height। So इन दोनों quantities ਨੂੰ ਆਪਾਂ find out करके we can calculate the total distance traveled when the object is moving with uniform acceleration, okay।
नाउ व्हाट इज द थर्ड पॉसिबिलिटी कि ऑब्जेक्ट इज नॉट मूविंग विद यूनिफॉर्म एक्सलरेशन। कार जा रही आ नॉन यूनिफॉर्म स्पीड, कदे वो 40 किलोमीटर पर आवर जा रही है, कितने 100 किलोमीटर पर आवर जा रही है, कितने रुक गई 0 किलोमीटर पर आवर हो गई, देन व्हाट विल बी द ग्राफ। ओके, वो आप ग्राफ सिंपली शो कर सकते हैं। विद नॉन यूनिफॉर्म acceleration. Again, time, velocity. What will be the graph? कदे वो 130 किलोमीटर पर आवर पे, कितने वो 80 ते चला गया, कितने कट गया 60 हो गया, कितने 10 हो गया ना। What will be the graph? Graph will be like this. There is no uniformity in the graph. Okay, so ਉਹਦਾ ਫਿਰ ਗ੍ਰਾਫ ਜਿਹੜਾ ਹੈ ਇਦਾਂ ਦਾ ਬਣੇਗਾ। ਪਹਿਲਾਂ ਵੀ ਆਪਾਂ ਜਦੋਂ ਯੂਨੀਫਾਰਮ ਮੋਸ਼ਨ ਬਾਰੇ ਪੜਿਆ ਨਾ, ਆਪਾਂ ਕਿਹਾ ਸਟ੍ਰੇਟ ਲਾਈਨ ਗ੍ਰਾਫ, ਉੱਥੇ ਮੈਂ ਸ਼ਾਇਦ ਨਾਨ ਯੂਨੀਫਾਰਮ ਬਾਰੇ ਦੱਸਣਾ ਭੁੱਲ ਗਿਆ। ਅਗਰ ਆਪਾਂ ਡਿਸਟੈਂਸ ਟਾਈਮ ਗ੍ਰਾਫ ਦੀ ਗੱਲ ਕੀਤੀ ਸੀ ਨਾ, ਉੱਥੇ ਮੈਂ ਕਹਿਤਾ ਸੀ ਡਿਸਟੈਂਸ ਐਂਡ ਟਾਈਮ ਗ੍ਰਾਫ ਹੈ, ਅਗਰ ਯੂਨੀਫਾਰਮ ਹੈ ਤਾਂ ਸਟ੍ਰੇਟ ਲਾਈਨ ਬਣਿਆ ਸੀ ਬਿਲਕੁਲ, ਜਿਹੜਾ ਫਸਟ ਗ੍ਰਾਫ ਕੀਤਾ। ਅਗਰ ਉਹ ਨਾਨ ਯੂਨੀਫਾਰਮ ਹੋਏਗਾ ਦੈਨ ਨਾਨ ਯੂਨੀਫਾਰਮ ਦਾ ਮਤਲਬ ਕੀ ਹੈ ਕਿ ਪਹਿਲੇ 1 ਮਿੰਟ ਦੇ ਵਿੱਚ ਉਹਨੇ ਡਿਸਟੈਂਸ ਕੋਈ ਹੋਰ ਕਵਰ ਕੀਤਾ, ਅਗਲੇ 2 ਦੇ ਵਿੱਚ। ਫੋਰ ਐਗਜ਼ਾਮਪਲ 1 ਮਿੰਟ ਦੇ ਵਿੱਚ ਉਹਦਾ ਡਿਸਟੈਂਸ ਜਿਹੜਾ ਸੀਗਾ 1 ਕਿਲੋਮੀਟਰ ਸੀ, ਆਫਟਰ 2 ਮਿੰਟ ਉਹਦਾ 1.2 ਹੋ ਗਿਆ, ਆਫਟਰ 3 ਮਿੰਟ ਉਹਦਾ ਟੋਟਲ ਡਿਸਟੈਂਸ 2 ਕਿਲੋਮੀਟਰ ਹੋ ਗਿਆ। ਦੈਨ ਗ੍ਰਾਫ ਕੀ ਹੋਏਗਾ, ਦੈਟ ਵਿਲ ਨਾਟ ਬੀ ਇਨ ਸਟ੍ਰੇਟ ਲਾਈਨ, ਉਹ ਇਦਾਂ ਬਣੇਗਾ, ਕਰਵਡ ਗ੍ਰਾਫ ਬਣੇਗਾ ਇਨ ਕੇਸ ਆਫ ਨॉन यूनिफॉर्म मोशन। ठीक है, और जब आप एक्सेलरेशन की है, ਆਪਾਂ ਗਿਆ ਸੀ ਵਿਦ ਯੂਨੀਫਾਰਮ ਐਕਸਲਰੇਸ਼ਨ, ਤਾਂ ਸਟ੍ਰੇਟ ਲਾਈਨ ਗ੍ਰਾਫ ਬਣਿਆ। ਇਹ ਵੀ ਹੋ ਸਕਦਾ ਕਿ ਐਕਸਲਰੇਸ਼ਨ ਨਾ ਹੋ ਰਹੀ ਹੋਵੇ, ਡੈਕਲਰੇਸ਼ਨ ਹੋ ਰਹੀ ਹੋਵੇ, ਦੈਨ ਸਪੀਡ ਪਹਿਲਾਂ ਜ਼ਿਆਦਾ ਸੀ, ਆਬਜੈਕਟ ਦੀ ਵੈਲੋਸਿਟੀ ਜ਼ਿਆਦਾ ਸੀ, ਉਹ ਘਟਣੀ ਸ਼ੁਰੂ ਹੋ ਗਈ, ਉਦੋਂ ਗ੍ਰਾਫ ਡਾਊਨਵਰਡ ਬਣੇਗਾ। ਠੀਕ ਹੈ, ਸੋ ਥੀਸ ਆਰ ਆਲ ਅਬਾਊਟ ਦਾ ਗ੍ਰਾਫਿਕਲ ਰਿਪਰੈਜ਼ੈਂਟੇਸ਼ਨਸ ਆਫ ਮੋਸ਼ਨ। ਠੀਕ ਹੈ, ਸੋ ਇਹਦੇ ਨਾਲ ਵੀ ਆਪਾਂ ਨੂੰ ਬਹੁਤ ਸਾਰੀ ਜਿਹੜੀ ਨੌਲੇਜ ਹੈ ਉਹ ਈਜ਼ੀ ਵੇ ਦੇ ਨਾਲ ਪ੍ਰੋਵਾਈਡ ਹੋ ਸਕਦੀ। ਓਕੇ, ਸੋ ਦਿਸ ਵਾਜ਼ ਟੁਡੇਜ਼ ਟੌਪਿਕ, ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਮੋਸ਼ਨ। ਤੇ ਇਸ ਤੋਂ ਬਾਅਦ ਕੁਝ ਆਪਣੀਆਂ ਇਕੁਏਸ਼ਨਸ ਆਫ ਮੋਸ਼ਨ ਲੈਣੀਆਂ ਇਸ ਚੈਪਟਰ ਦੀਆਂ, ਤੇ ਇੱਕ ਸਰਕੂਲਰ ਮੋਸ਼ਨ ਬਾਰੇ ਆ, ਉਹ ਆਪਾਂ ਮੈਂ ਕੋਸ਼ਿਸ਼ ਕਰੂੰਗਾ ਕਿ ਨੈਕਸਟ ਲੈਸਨ ਦੇ ਵਿੱਚ, ਨੈਕਸਟ ਲੈਕਚਰ ਦੇ ਵਿੱਚ ਉਹ ਦੋਨੋਂ ਚੀਜ਼ਾਂ ਆਪਾਂ ਕਵਰ ਕਰਦੇ। ਥੈਂਕ ਯੂ।